ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਆਓ ਆਪਾਂ ਅੱਜ ਇਸ ਸੰਸਾਰ ਦੇ ਖੇਲ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਮਨੁੱਖ ਕੋਲ ਗਿਆਨ ਕਿੱਥੋਂ ਆਉਂਦਾ ਹੈ। ਮਨੁੱਖ ਗਿਆਨ ਕਿੱਥੋਂ ਪ੍ਰਾਪਤ ਕਰਦਾ ਆਪਣੇ ਜੀਵਨ ਦੇ ਵਿੱਚ, ਔਰ ਉਹ ਬ੍ਰਹਮ ਗਿਆਨੀ ਦਾ ਦਰਜਾ ਪ੍ਰਾਪਤ ਕਰਕੇ ਪਰਮਾਤਮਾ ਦੀ ਸ਼ਰਨਾਗਤ ਹੋ ਜਾਂਦਾ ਹੈ। ਉਹ ਸਾਧ ਸੰਗਤ ਜੀ, ਪਰਮਾਤਮਾ ਨੇ ਇਹ ਸੰਸਾਰ ਨੂੰ ਇੱਕ ਖੇਲ ਬਣਾਇਆ ਹੋਇਆ ਹੈ। ਇਸ ਮਨੁੱਖ ਨੂੰ ਪੈਦਾ ਕਰਕੇ, ਕੁੱਲ ਸ੍ਰਿਸ਼ਟੀ ਨੂੰ ਪੈਦਾ ਕਰਕੇ, ਕੁੱਲ ਮਾਤ ਲੋਕ ਨੂੰ ਪੈਦਾ ਕਰਕੇ, ਧਰਤੀ ਨੂੰ ਪੈਦਾ ਕਰਕੇ, ਚੰਦ ਸੂਰਜ ਤਾਰਿਆਂ ਨੂੰ, ਆਕਾਸ਼ ਮੰਡਲ ਨੂੰ, ਹਵਾ ਨੂੰ, ਪੌਣ ਪਾਣੀ, ਅੱਗ ਨੂੰ ਪੈਦਾ ਕਰਕੇ ਹਰ ਕਿਸੇ ਨੂੰ ਆਪਣਾ ਆਪਣਾ ਇੱਕ ਕਰਮ ਬਖਸ਼ਿਆ ਹੋਇਆ ਹੈ। ਇਸੇ ਤਰ੍ਹਾਂ ਹੀ ਪਰਮਾਤਮਾ ਨੇ ਮਨੁੱਖ ਨੂੰ ਵੀ ਇੱਕ ਕਰਮ ਬਖਸ਼ਿਆ ਹੋਇਆ ਹੈ ਕਿ ਜਦੋਂ ਤੂੰ ਮਾਤ ਲੋਕ ਦੇ ਉੱਤੇ ਜਾ ਕੇ ਮੇਰਾ ਨਾਮ ਸਿਮਰਨ ਕਰੇਗਾ, ਉਦੋਂ ਮੈਂ ਤੈਨੂੰ ਆਪਣੇ ਆਪ ਪ੍ਰਾਪਤ ਹੋ ਜਾਵਾਂਗਾ, ਮਿਲ ਜਾਵਾਂਗਾ। ਜਦੋਂ ਤੂੰ ਮੈਨੂੰ ਆਵਾਜ਼ਾਂ ਮਾਰੇਗਾ, ਮੈਂ ਤੇਰੇ 'ਤੇ ਖੁਸ਼ ਹੋਵਾਂਗਾ, ਤੈਨੂੰ ਨਿਹਾਲ ਕਰ ਦੇਵਾਂਗਾ। ਤੋ ਸਾਧ ਸੰਗਤ ਜੀ, ਸਤਿਗੁਰੂ ਦੀ ਕਿਰਪਾ ਨਾਲ ਅਸੀਂ ਗਿਆਨ ਦੀ ਪ੍ਰਾਪਤੀ ਕਰਦੇ ਹਾਂ। ਪਰ ਸਤਿਗੁਰੂ ਕੋਲ ਇਹ ਗਿਆਨ ਕਿੱਥੋਂ ਆਉਂਦਾ ਹੈ? ਤੋ ਸਤਿਗੁਰੂ ਆਪਣੇ ਬਚਨਾਂ ਦੁਆਰਾ ਹੀ ਸਾਨੂੰ ਕੁਝ ਸਮਝਾਉਂਦੇ ਆ ਕਿ ਸਾਨੂੰ ਵੀ ਗਿਆਨ ਪਰਮ ਪਿਤਾ ਪਰਮਾਤਮਾ ਕੋਲੋਂ ਆਉਂਦਾ ਹੈ। ਪਰਮ ਪਿਤਾ ਪਰਮਾਤਮਾ ਸਾਰੀ ਸ੍ਰਿਸ਼ਟੀ ਦਾ, ਕੁੱਲ ਜੀਵਾਂ ਦਾ ਗੁਰੂ ਹੈ। ਪਵਨ ਜਿਹੜੀ ਹੈ ਉਹ ਸਾਰੇ ਸੰਸਾਰ ਦੇ ਜੀਵਾਂ ਦੀ ਗੁਰੂ ਹੈ, ਔਰ ਖਾਸ ਕਰਕੇ ਮਨੁੱਖ ਦੀ। ਪਵਨ ਦੁਆਰਾ ਹੀ ਮਨੁੱਖ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਦੁਆਰਾ ਸਤਿਗੁਰੂ ਨੂੰ ਪਰਮਾਤਮਾ ਕੋਲੋਂ ਗਿਆਨ ਦੀ ਬਖਸ਼ਿਸ਼ ਆਉਂਦੀ ਹੈ, ਔਰ ਸਤਿਗੁਰੂ ਕੋਲੋਂ ਇਹ ਸੰਸਾਰ ਦੇ ਲੋਕ ਜਿਹੜੇ ਹੈ ਉਹ ਅੱਗੇ ਇਸ ਗਿਆਨ ਨੂੰ ਪ੍ਰਾਪਤ ਕਰਕੇ ਪਰਮਾਤਮਾ ਨਾਲ ਜੁੜਦੇ ਆ, ਔਰ ਫਿਰ ਪਰਮਪਿਤਾ ਪਰਮਾਤਮਾ ਕੋਲੋਂ ਇਹ ਮਨੁੱਖਾਂ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਬਖਸ਼ਿਸ਼ਾਂ ਦੀ ਪ੍ਰਾਪਤੀ ਹੁੰਦੀ ਹੈ, ਕਰਮ ਦੀ ਪ੍ਰਾਪਤੀ ਹੁੰਦੀ ਹੈ, ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ। ਔਰ ਜਿਹੜਾ ਇਸ ਦਾ ਆਵਾਗਮਨ ਦਾ ਚੱਕਰ ਹੁੰਦਾ ਹੈ, ਜਿਹੜਾ ਜੋ ਖੇਲ ਪਰਮਾਤਮਾ ਨੇ ਬਣਾਇਆ, ਉਹ ਕੱਟਿਆ ਜਾਂਦਾ ਹੈ। ਪਰਮਾਤਮਾ ਨੇ ਇਹ ਖੇਲ ਬਣਾਇਆ ਕਿ ਅਗਰ ਤੂੰ ਮੈਨੂੰ ਯਾਦ ਕਰੇਗਾ, ਹੇ ਮਨੁੱਖ, ਜਦੋਂ ਤੂੰ ਮੈਨੂੰ ਯਾਦ ਕਰੇਗਾ, ਉਦੋਂ ਮੈਂ ਤੈਨੂੰ ਆਪਣੇ ਦਰਸ਼ਦਾਰੇ ਦੇ ਕੇ ਤੈਨੂੰ ਮਿਲਾਂਗਾ, ਔਰ ਤੈਨੂੰ ਆਪਣੀ ਜੋਤ ਦੇ ਵਿੱਚ ਅਭੇਦ ਕਰ ਲਵਾਂਗਾ। ਤੇਰਾ ਆਵਾਗਮਨ 84 ਲੱਖ ਜੂਨੀਆਂ ਦਾ ਜਿਹੜਾ ਹੈ ਉਹ ਨਹੀਂ ਲੱਗੇਗਾ। ਤੂੰ ਆਜ਼ਾਦ ਹੋ ਕੇ, ਜੀਵਤ ਰੂਹ, ਪ੍ਰਕਾਸ਼ ਰੂਪ ਹੋ ਕੇ ਮੇਰੇ ਚਰਨਾਂ ਦੇ ਵਿੱਚ ਬਿਰਾਜੇਗੀ। ਦੂਜੇ ਪਾਸੇ ਗੁਰੂ ਸਾਹਿਬ ਨੇ ਸਾਨੂੰ ਇਹ ਵੀ ਹੁਕਮ ਲਾਇਆ ਇਸ ਖੇਲ ਦਾ ਕਿ ਅਗਰ ਤੂੰ ਮੇਰਾ ਨਾਮ ਸਿਮਰਨ ਨਹੀਂ ਕਰੇਗਾ, ਤੂੰ ਮਾਇਆ ਦੇ ਚੱਕਰ ਦੇ ਵਿੱਚ ਫਸ ਜਾਏਗਾ। ਔਰ ਖ਼ਾਸ ਗੱਲ ਇਹ ਵੀ ਹੈ ਕਿ ਮਾਇਆ ਨੂੰ ਸਾਡੇ ਇਰਦ ਗਿਰਦ ਉਸ ਪਰਮ ਪਿਤਾ ਪਰਮਾਤਮਾ ਨੇ ਹੀ ਲਗਾਇਆ ਹੋਇਆ, ਤਾਂ ਕਿ ਇਹ ਮੇਰੇ ਆਉਣ ਤਿੱਕਰ ਦਾ, ਮੇਰੇ ਤੱਕ ਆਉਣ ਦਾ ਜਿਹੜਾ ਰਸਤਾ ਹੈ, ਇਸ ਨੂੰ ਭਟਕ ਭੁਲਈਏ ਦੇ ਵਿੱਚ ਫਸਾ ਦਿੱਤਾ ਜਾਵੇ। ਫਿਰ ਵੇਖਦੇ ਆ ਕਿ ਇਹ ਜੀਵ ਜਿਹੜਾ ਹੈ ਮੈਨੂੰ ਕਿਵੇਂ ਯਾਦ ਕਰਦਾ ਹੈ, ਮੈਨੂੰ ਕਿਵੇਂ ਚੇਤੇ ਕਰੇਗਾ। ਔਰ ਇਸ ਤਰ੍ਹਾਂ ਦੇ ਨਾਲ ਜਦੋਂ ਜਿਹੜੀਆਂ ਰੂਹਾਂ ਮਾਇਆ ਦੇ ਚੱਕਰ 'ਚੋਂ ਨਿਕਲ ਕੇ ਸਤਿਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਪਰਮਾਤਮਾ ਤੋਂ ਪ੍ਰਾਪਤ ਕਰਕੇ, ਜਦੋਂ ਉਸ ਪਰਮ ਪਿਤਾ ਪਰਮਾਤਮਾ ਦਾ ਰੂਹ, ਸਾਡੀਆਂ ਰੂਹਾਂ ਨਾਮ ਸਿਮਰਨ ਕਰਦੀਆਂ ਨਾ,
ਉਦੋਂ ਫਿਰ ਪਰਮਪਿਤਾ ਪਰਮਾਤਮਾ ਦਾ ਨਾਮ ਦੇ ਸਦਕਾ ਸਾਡਾ ਪਰਮਾਤਮਾ ਨਾਲ ਮਿਲਨ ਹੋ ਜਾਂਦਾ ਹੈ ਔਰ ਸਾਨੂੰ ਪਰਮਾਤਮਾ ਵੱਲੋਂ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਜੈਸੇ ਗੁਰੂ ਸਾਹਿਬ ਕਹਿੰਦੇ ਸੀ, ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਸੀ, ਮਰਦਾਨਿਆਂ ਬਾਣੀ ਆਈ ਹੈ, ਇਹ ਗਿਆਨ ਹੈ। ਬਾਣੀ ਹੀ ਗਿਆਨ ਹੈ, ਬਾਣੀ ਹੀ ਗੁਰੂ ਹੈ, ਬਾਣੀ ਹੀ ਪਰਮਾਤਮਾ ਹੈ, ਨਾਮ ਬਾਣੀ ਹੈ, ਬਾਣੀ ਹੀ ਅੰਮ੍ਰਿਤ ਬਾਣੀ ਹੈ, ਬਾਣੀ ਹੀ ਸ਼ਬਦ ਬਾਣੀ ਹੈ, ਬਾਣੀ ਹੀ ਗੁਰਬਾਣੀ ਹੈ। ਤੋ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਰਦਾਨੇ ਨੂੰ ਕਹਿੰਦੇ ਸੀ, ਮਰਦਾਨਿਆਂ ਬਾਣੀ ਆਈ ਹੈ, ਰਬਾਬ ਵਜਾ, ਸ਼ਬਦ ਉਚਾਰਨ ਕਰਨਾ ਹੈ, ਉਦੋਂ ਪਰਮਾਤਮਾ ਵੱਲੋਂ ਗਿਆਨ ਜਿਹੜਾ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪ੍ਰਾਪਤ ਹੁੰਦਾ ਸੀ। ਗੁਰੂ ਸਾਹਿਬ ਨੇ ਜੈਸੇ ਕਿ ਦੱਸਿਆ ਹੈ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਇਸ ਤਰ੍ਹਾਂ ਦੇ ਨਾਲ ਪਰਮਾਤਮਾ ਕੋਲੋਂ ਇਹ ਬਾਣੀ ਗੁਰੂ ਨਾਨਕ ਦੇਵ ਜੀ ਕੋਲੇ ਆਉਂਦੀ ਸੀ ਔਰ ਗੁਰੂ ਨਾਨਕ ਦੇਵ ਜੀ ਦੇ ਕੋਲੋਂ ਇਹ ਸਾਰੇ ਸੰਸਾਰ ਦੀਆਂ ਸੰਗਤਾਂ ਇਹ ਗਿਆਨ ਪ੍ਰਾਪਤ ਕਰਕੇ ਪਰਮਾਤਮਾ ਨਾਲ ਜੁੜਨਾ ਕਰਦੀਆਂ ਸੀ। ਪਰਮਾਤਮਾ ਦਾ ਨਾਮ ਗੁਰੂ ਤੋਂ, ਸਤਿਗੁਰੂ ਤੋਂ ਲੈ ਕੇ ਉਸ ਨਾਮ ਦੇ ਸਿਮਰਨ ਦੇ ਸਦਕਾ ਸਾਡੀ ਰੂਹ ਜਿਹੜੀ ਸੀ ਉਹ ਪਰਮਾਤਮਾ ਨਾਲ ਜੁੜ ਜਾਂਦੀ ਆ ਔਰ ਸਾਡੀ ਰੂਹ ਨੂੰ ਉਸ ਦੇ ਸਾਰੇ ਗਿਆਨ ਦਾ ਪ੍ਰਕਾਸ਼ ਪ੍ਰਾਪਤ ਹੋ ਜਾਂਦਾ ਹੈ ਕਿ ਇਹ ਸੰਸਾਰ ਕੈਸੇ ਬਣਿਆ, ਇਸ ਸੰਸਾਰ ਦੇ ਵਿੱਚ ਕੌਣ ਕੌਣ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਸਿਮਰਨ ਕਰਿਆ, ਇਸ ਸੰਸਾਰ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਪਰਮਾਤਮਾ ਇਸ ਸੰਸਾਰ ਨੂੰ ਚਲਾ ਰਿਹਾ ਹੈ। ਐਸੇ ਸਾਰੇ ਗਿਆਨ ਜਿਹੜੇ ਹੈ ਪਰਮਾਤਮਾ ਵੱਲੋਂ ਸਾਡੀ ਰੂਹ ਨੂੰ ਪ੍ਰਾਪਤ ਹੋ ਜਾਂਦੇ ਸੀ ਔਰ ਜਿਨ੍ਹਾਂ ਰੂਹਾਂ ਨੂੰ ਇਹ ਅਵਸਥਾ ਬਣ ਜਾਂਦੀ ਸੀ ਉਹਨਾਂ ਨੂੰ ਬ੍ਰਹਮ ਗਿਆਨੀ ਕਿਹਾ ਜਾਂਦਾ ਸੀ। ਭਾਵ ਬ੍ਰਹਮ ਦਾ ਗਿਆਨ ਪ੍ਰਾਪਤ ਹੋਈ ਲੋਕ, ਪ੍ਰਾਪਤ ਹੋਈਆਂ ਰੂਹਾਂ ਜਿਹੜੀਆਂ ਉਹ ਬ੍ਰਹਮ ਗਿਆਨੀ ਅਖਵਾਉਂਦੀਆਂ ਸੀ। ਬ੍ਰਹਮ ਗਿਆਨੀ ਕਿਹਾ ਜਾਂਦਾ ਸੀ ਉਹਨਾਂ ਨੂੰ ਸੰਸਾਰ ਦੇ ਲੋਕਾਂ ਵੱਲੋਂ। ਪਰਮਾਤਮਾ ਵੱਲੋਂ ਵੀ ਬ੍ਰਹਮ ਗਿਆਨੀ ਨੂੰ ਪਰਮੇਸ਼ਰ ਦਾ ਦਰਜਾ ਦਿੱਤਾ ਗਿਆ ਸੀ ਔਰ ਸਤਿਗੁਰੂ ਪੰਚਮ ਪਾਤਸ਼ਾਹ ਜੀ ਸਾਨੂੰ ਬਖਸ਼ਿਸ਼ ਕਰਦੇ ਹੈ ਕਿ ਬ੍ਰਹਮ ਗਿਆਨੀ ਆਪ ਪਰਮੇਸ਼ਰ, ਜਿਸ ਨੂੰ ਬ੍ਰਹਮ ਦਾ ਗਿਆਨ ਹੋ ਗਿਆ ਉਹ ਪਰਮੇਸ਼ਰ ਦਾ ਰੂਪ ਹੋ ਜਾਂਦਾ ਸੀ ਔਰ ਪਰਮੇਸ਼ਰ ਦੇ ਵਿੱਚ ਅਭੇਦ ਹੋ ਕੇ ਉਹ ਜੀਵਤ ਜਾਗਦੀ, ਜਿਉਂਦੀ ਜਾਗਦੀ ਰੂਹ ਜਿਹੜੀ ਹੈ ਅਮਰ ਰੂਹ ਹੋ ਜਾਂਦੀ ਸੀ। ਉਹ ਫਿਰ ਕਦੇ ਮਰਦੀ ਨਹੀਂ ਸੀ, ਕਦੇ ਆਵਾਗਮਨ ਦੇ ਚੱਕਰ ਦੇ ਵਿੱਚ ਨਹੀਂ ਆਉਂਦੀ ਸੀ। ਉਹ ਪ੍ਰਮਾਤਮਾ ਦੀ ਜੋਤ ਦੇ ਵਿੱਚ ਅਭੇਦ ਹੋ ਕੇ ਪਰਮਾਤਮਾ ਨਾਲ ਮਿਲ ਜਾਂਦੀ ਸੀ। ਇਸ ਤਰ੍ਹਾਂ ਦੇ ਨਾਲ ਇਹ ਸਾਨੂੰ ਗੁਰੂ ਸਾਹਿਬ, ਸਾਡੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਇਹੀ ਗੱਲ ਬਖਸ਼ਿਸ਼ ਕੀਤੀ ਹੈ ਕਿ ਮੇਰਾ ਗੁਰੂ ਪਾਰ ਬ੍ਰਹਮ ਸੋਈ। ਭਾਵ ਮੇਰਾ ਗੁਰੂ ਜਿਹੜਾ ਹੈ ਨਾ ਉਹ ਪਰਮਾਤਮਾ ਹੈ। ਔਰ ਇਤਿਹਾਸ ਦੇ ਵਿੱਚ ਇੱਕ ਵੇਈ ਨਦੀ ਦਾ ਕਿੱਸਾ ਜਿਹੜਾ ਆਉਂਦਾ ਕਿ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵੇਈ ਨਦੀ ਦੇ ਵਿੱਚ ਟੁੱਬੀ ਲਾਈ ਹੈ, ਉਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਰਮਾਤਮਾ ਦੇ ਦੁਆਰੇ ਦੇ ਉੱਤੇ ਸੱਚਖੰਡ ਦੇ ਵਿੱਚ ਪਹੁੰਚੇ ਹੈ ਔਰ ਸੱਚਖੰਡ ਦੇ ਵਿੱਚ ਪਹੁੰਚ ਕੇ ਪਰਮਪਿਤਾ ਪਰਮਾਤਮਾ ਦੇ ਹੱਥੋਂ ਅੰਮ੍ਰਿਤ ਦਾ ਪਿਆਲਾ ਪੀ ਕੇ ਨਾਮ ਦੀ ਪ੍ਰਾਪਤੀ ਕਰਕੇ, ਮੂਲ ਮੰਤਰ ਦੀ ਪ੍ਰਾਪਤੀ ਕਰਕੇ ਔਰ ਉਹ ਗੁਰੂ ਦੀ ਕਿਰਪਾ ਜਿਹੜੀ ਹੈ, ਜੋ ਗੁਰੂ ਨੇ ਸਰਬ ਸ਼ਕਤੀਆਂ ਪਰਮਪਿਤਾ ਪਰਮਾਤਮਾ ਨੇ ਗੁਰੂ ਨਾਨਕ ਦੇਵ ਜੀ ਨੂੰ ਦਿੱਤੀਆਂ, ਉਹ ਨਾਮ ਅੰਮ੍ਰਿਤ ਦੇ ਵਿੱਚ ਜਿਹੜੀਆਂ ਕਿ ਇਹ ਨਾਮ ਅੰਮ੍ਰਿਤ ਜਿਹੜਾ ਹੈ ਗੁਰੂ ਸਾਹਿਬ ਪਰਮਪਿਤਾ ਪਰਮਾਤਮਾ ਦੇ ਕੋਲੋਂ ਪ੍ਰਾਪਤ ਕਰਕੇ ਆਏ ਸੀ। ਤਾਂ ਗੁਰੂ ਸਾਹਿਬ ਨੇ ਕਿਹਾ ਸੀ ਬਈ ਜਿਹੜਾ ਇਸ ਨਾਮ ਨੂੰ ਸਿਮਰਨ ਕਰੇਗਾ ਉਹਦਾ ਆਵਾਗਮਨ ਕੱਟਿਆ ਜਾਏਗਾ, ਉਹਦੇ ਪਾਪ ਕੱਟੇ ਜਾਣਗੇ, ਉਹਦਾ ਜਿਹੜਾ ਮਿਲਣ ਜਿਹੜਾ ਹੈ ਉਹ ਮੇਰੇ ਨਾਲ ਹੋ ਜਾਵੇਗਾ। ਇਸ ਤਰ੍ਹਾਂ ਦੇ ਨਾਲ ਉਸ ਦਾ ਕਲਿਆਣ ਹੋ ਜਾਵੇਗਾ। ਗੁਰੂ ਸਾਹਿਬ ਨੇ ਨਾਮ ਕੀ ਲੈ ਕੇ ਆਏ? ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਪਰਮਪਿਤਾ ਪਰਮਾਤਮਾ ਕੋਲੋਂ, ਜਿਹੜਾ ਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂਆਤ ਦੇ ਵਿੱਚ, ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਸ਼ੁਰੂਆਤ ਦੇ ਵਿੱਚ ਮੂਲ ਮੰਤਰ ਦੇ ਰੂਪ ਦੇ ਵਿੱਚ ਗੁਰੂ ਸਾਹਿਬ ਨੇ ਫਿਰ ਉਹ ਦਰਜ ਕੀਤਾ ਹੈ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ। ਗੁਰੂ ਸਾਹਿਬ ਕਹਿੰਦੇ ਆ ਵੀ ਇਹ ਗੁਰ ਪ੍ਰਸਾਦ ਹੈ, ਇਹ ਨਾਮ ਜਿਹੜਾ ਇਸ ਨੂੰ ਜਪ। ਅਤੇ ਗੁਰੂ ਸਾਹਿਬ ਨੇ ਅੱਗੇ ਫਿਰ ਬਖਸ਼ਿਸ਼ ਕੀਤੀ ਹੈ, ਉਸੇ ਦੀ ਹੀ ਵਿਆਖਿਆ ਕਰਕੇ ਦੱਸਿਆ ਕਿ ਇਹ ਕੀ ਚੀਜ਼ ਹੈ, ਜਪ ਕਿਸ ਦਾ ਕਰਨਾ ਹੈ। ਆਦ ਸੱਚ ਜਗਾਦ ਸੱਚ
ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇਸ ਤਰ੍ਹਾਂ ਦੇ ਨਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋ ਮੂਲ ਮੰਤਰ ਜਿਹੜਾ ਸੀ, ਨਾਮ ਜਿਹੜਾ ਸੀ, ਉਹ ਪਰਮਾਤਮਾ ਤੋਂ ਲਿਆ ਕੇ ਇਸ ਸੰਸਾਰ ਦੇ ਵਿੱਚ ਵਰਤਾਇਆ ਔਰ ਇਸ ਸੰਸਾਰ ਦੇ ਲੋਕਾਂ ਨੂੰ ਸਮਝਾਇਆ ਕਿ ਜਪ ਕਰਨਾ ਹੈ। ਆਦ ਸੱਚ ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਭਾਈ ਉਸ ਸੱਚ ਦਾ ਸਿਮਰਨ ਕਰਨਾ ਹੈ, ਨਾਮ ਜਪਣਾ ਉਸ ਸੱਚ ਦਾ, ਜਿਸ ਨੂੰ ਅਸੀਂ ਇੱਕ ਓਂਕਾਰ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਓਂਕਾਰ ਦਾ ਨਾਮ ਦੇ ਕੇ ਸਾਨੂੰ ਜਾਣੂ ਕਰਵਾਇਆ ਔਰ ਅਸੀਂ ਇੱਕ ਓਂਕਾਰ ਦੇ ਨਾਮ ਨੂੰ ਪਰਮਾਤਮਾ ਦਾ ਰੂਪ ਜਾਣਦੇ ਹੋਏ ਆਪਣਾ ਜੀਵਨ ਜਿਉਣੇ ਆ। ਉਸ ਦਾ ਨਾਮ ਸਿਮਰਨ ਕਰਦੇ ਹਾਂ, ਉਸ ਦਾ ਨਾਮ ਸਿਮਰਨ ਕਰਦੇ ਹੋਏ ਅਸੀਂ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਦੇ ਹਾਂ ਔਰ ਅਸੀਂ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦੇ ਹਾਂ। ਇਸ ਤਰ੍ਹਾਂ ਨਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਤੋਂ ਨਾਮ ਸ਼ਬਦ ਲਿਆ ਕੇ, ਮੂਲ ਮੰਤਰ ਲਿਆ ਕੇ ਸੰਸਾਰ ਦੇ ਲੋਕਾਂ ਦੇ ਵਿੱਚ ਵਰਤਾਇਆ ਔਰ ਸੰਸਾਰ ਦੇ ਲੋਕਾਂ ਨੂੰ ਹੀ ਸਮਝਾਇਆ ਕਿ ਭਾਈ ਇਹ ਆਦ ਸੱਚ, ਤੁਸੀਂ ਸੱਚ ਦੀ ਪੂਜਾ ਕਰਨੀ ਹੈ। ਇੱਕ ਓਂਕਾਰ ਸੱਚ ਹੈ, ਸਦਾ ਰਹਿਣ ਵਾਲਾ ਹੈ। ਬਾਕੀ ਸਾਰੀ ਸ੍ਰਿਸ਼ਟੀ ਜਿਹੜੀ ਹੈ ਉਹ ਬਿਨਸਣਹਾਰੀ ਹੈ, ਸ੍ਰਿਸ਼ਟੀ ਖਤਮ ਹੋ ਜਾਏਗੀ, ਪਰ ਉਹ ਪਰਮ ਪਿਤਾ ਪਰਮਾਤਮਾ ਜਿਹੜਾ ਹੈ ਅਵਿਨਾਸੀ ਹੈ, ਅਕਾਲ ਹੈ, ਅਜੂਨੀ ਹੈ, ਅਕਾਲ ਮੂਰਤ ਹੈ, ਨਿਰਭਉ ਹੈ, ਨਿਰਵੈਰ ਹੈ। ਉਹ ਹਮੇਸ਼ਾ ਰਹਿਣ ਵਾਲਾ ਹੈ, ਉਹ ਕਦੇ ਜੰਮਦਾ ਨਹੀਂ ਹੈ, ਕਦੇ ਮਰਦਾ ਨਹੀਂ ਹੈ, ਉਹ ਸਦਾ ਸਮਸਰ ਹੈ, ਉਹ ਸਦਾ ਇੱਕ ਹੈ। ਇਸ ਤਰ੍ਹਾਂ ਦੇ ਨਾਲ ਸੰਸਾਰ ਦੇ ਲੋਕਾਂ ਨੂੰ ਪਰਮਾਤਮਾ ਦਾ ਆਇਆ ਹੋਇਆ ਉਪਦੇਸ਼ ਜਿਹੜਾ ਗਿਆਨ ਸੀ, ਜਿਹੜਾ ਉਹ ਸੰਸਾਰ ਦੇ ਲੋਕਾਂ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਰਤਾਇਆ। ਗੁਰੂ ਸਾਹਿਬ ਵੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਬਖਸ਼ਿਆ ਹੈ ਕਿ ਉਹ ਪਰਮ ਪਿਤਾ ਪਰਮਾਤਮਾ ਚੱਕਰ ਚਿਹਨ ਵਰਨ ਜਾਤ ਪਾਤ ਨਹਿਨ ਜੀ, ਰੂਪ ਰੰਗ ਔਰ ਰੇਖ ਪੇਖ ਕਹਿਤ, ਰੂਪ ਰੰਗ ਔਰ ਰੇਖ ਪੇਖ। ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਹੋਇਆ ਹੈ, चक्र चेहन और वर्ण जात और पात नहन जे, रूप रंग और रेख पेख को कह न सकत के, अचल मूरत अनपौ प्रकाश अमतोज कहीजै, कोट इंद्र इंद्राण सा सहान गनीजै, त्रिपवन महीप सुर नर सुर, नेत नेत बन तृण कहत, तब सर्व नाम कथै कवन, कर्म नाम वर्णत सुमत। ਤੇ ਗੁਰੂ ਸਾਹਿਬ ਕਹਿੰਦੇ ਆ ਭਾਈ ਫਿਰ ਇਹ ਜਿਹੜੇ ਹੈ ਨਾ ਉਸ ਦੇ ਅਸੀਂ ਜਿੰਨੇ ਵੀ ਨਾਮ ਸਿਮਰਨ ਕਰਦੇ ਆ ਇਹ ਕਰਮ ਨਾਮ ਹੈ, ਜੋ ਕਰਮ ਸਾਡੇ 'ਤੇ ਕਰਦਾ ਹੈ ਉਹੋ ਜੇ ਅਸੀਂ ਨਾਮ ਰੱਖ ਦਿੰਦੇ ਆ। ਇਸ ਕਰਕੇ ਗੁਰੂ ਸਾਹਿਬ ਨੇ ਅੱਗੇ ਸਾਨੂੰ ਬਖਸ਼ਿਸ਼ ਕਰੀ ਆ ਭਾਈ ਉਸ ਦਾ ਸਿਮਰਨ ਕਰੋ, ਉਸ ਨੂੰ ਨਮਸਤੇ ਭਾਵ ਨਮਸਕਾਰ ਕਰੋ, ਉਸ ਨੂੰ ਆਪਣੇ ਆਪ ਨੂੰ ਸਮਰਪਣ ਕਰ ਦਿਓ। ਅਤੇ ਗੁਰੂ ਸਾਹਿਬ ਕਹਿੰਦੇ ਆ ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤਵੰ ਅਰੂਪੇ, ਨਮਸਤੰ ਅਨੂਪੇ। ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਨੇ ਸਾਹਿਬ ਸ਼੍ਰੀ ਗੁਰੂ ਪਰਮ ਪਿਤਾ ਪਰਮਾਤਮਾ ਦਾ ਜਿਹੜਾ ਹੈ ਨਾ ਸਾਨੂੰ ਸਿਮਰਨ ਕਰਨ ਦੀ ਗੱਲ ਦੱਸੀ ਹੈ। ਗੁਰੂ ਸਾਹਿਬ ਕਹਿੰਦੇ ਆ ਨਮਸਤੰ ਅਪੇਖੇ, ਉਹਦਾ ਭੇਖ ਕੋਈ ਨਹੀਂ ਹੈ, ਨਮਸਤੰ ਲੇਖੇ, ਉਹਦਾ ਲੇਖ ਕੋਈ ਨਹੀਂ ਹੈ, ਨਮਸਤੰ ਅਕਾਏ, ਉਹ ਕਿਤੇ ਵੀ ਨਹੀਂ ਹੈ, ਨਮਸਤੰ ਅਜਾਏ, ਉਹ ਕਿਸੇ ਜਗ੍ਹਾ 'ਤੇ ਨਹੀਂ ਹੈ, ਨਮਸਤੰ ਅਗੰਜੇ, ਨਮਸਤੰ ਪੰਜੇ, ਨਮਸਤੰ ਨਾਮੇ, ਨਮਸਤੰ ਠਾਮੇ, ਉਸ ਦਾ ਕੋਈ ਭਾਈ ਨਾਮ ਨਹੀਂ ਹੈ, ਉਸ ਦਾ ਕੋਈ ਠਾਮ ਨਹੀਂ ਹੈ, ਉਸ ਦੀ ਕੋਈ ਠਹਿਰ ਨਹੀਂ ਹੈ, ਉਸ ਦਾ ਕੋਈ ਠਿਕਾਣਾ ਨਹੀਂ ਹੈ। ਅਤੇ ਕਹਿੰਦੇ ਨਮਸਤੰ ਅਕਰਮੰਗ, ਉਸ ਦਾ ਕਰਮ ਕੋਈ ਨਹੀਂ ਹੈ, ਨਮਸਤੰ ਧਰਮੰਗ, ਉਸ ਦਾ ਧਰਮ ਕੋਈ ਨਹੀਂ ਹੈ, ਪਰ ਕਰਮ ਧਰਮ ਉਸ ਦਾ ਹੈ ਵੀ। ਨਮਸਤੰ ਅਨਾਮੰਗ, ਨਮਸਤੰ ਦਾਮੰਗ, ਨਮਸਤੰ ਉਹਦਾ ਨਾਮ ਨਹੀਂ ਹੈ, ਉਹਦਾ ਧਾਮ ਕੋਈ ਨਹੀਂ ਹੈ। ਅਤੇ ਗੁਰੂ ਸਾਹਿਬ ਕਹਿੰਦੇ ਹੈ ਇਸ ਤਰ੍ਹਾਂ ਨਾਲ ਭਾਈ ਉਸ ਦਾ ਸਿਮਰਨ ਕਰੋ ਅਤੇ ਉਹ ਪਰਮ ਪਿਤਾ ਪਰਮਾਤਮਾ ਤੁਹਾਨੂੰ ਪ੍ਰਾਪਤ ਹੋ ਜਾਏਗਾ। ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਬਖਸ਼ਿਆ ਹੋਇਆ ਆਦ ਅੰਤ ਏਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸੀ ਕੋ ਹਮਾਰੀ, ਸਗਲ ਪ੍ਰਜਾ ਜਿਨ ਆਪ ਸਵਾਰੀ। ਤੋ ਸਾਰਾ ਕਰਮ ਜਿਹੜਾ ਹੈ ਨਾ, ਸਾਰੀ ਪ੍ਰਜਾ ਪਰਮਾਤਮਾ ਨੇ ਆਪਣੇ ਨਾਮ ਦੁਆਰਾ, ਆਪਣੇ ਗਿਆਨ ਦੁਆਰਾ, ਸਤਿਗੁਰਾਂ ਦੁਆਰਾ ਆਪਣੇ ਨਾਮ ਨੂੰ ਸੰਗਤਾਂ ਨੂੰ ਦੇ ਕੇ, ਸਾਰੇ ਸੰਸਾਰ ਨੂੰ ਦੇ ਕੇ ਇਹ ਸਾਡਾ ਕਲਿਆਣ ਕੀਤਾ ਹੈ। ਸਾਡਾ ਜਿਹੜਾ ਖੇਲ ਹੈ ਉਸ ਨੂੰ ਸੰਪੂਰਨ ਕਰਨ ਦੀ
ਗੁਰੂ ਸਾਹਿਬ ਨੇ ਮਤਲਬ ਸਾਨੂੰ ਇੱਕ ਵਿਧੀ ਦੱਸੀ ਹੈ ਕਿ ਭਾਈ ਨਾਮ ਸਿਮਰਨ ਕਰੋ। ਇਹ ਨਾਮ ਵੀ ਪਰਮਾਤਮਾ ਕੋਲੋਂ ਆਉਂਦਾ, ਸਤਿਗੁਰੂ ਦੁਆਰਾ ਸਾਧ ਸੰਗਤਾਂ ਦੇ ਕੋਲ ਆਉਂਦਾ। ਸਾਧ ਸੰਗਤਾਂ ਦੇ ਵਿੱਚ ਆਮ ਮਨੁੱਖ ਜਿਹੜੇ ਆ ਇਸ ਨੂੰ ਧਾਰਨ ਕਰਕੇ ਇਸ ਦਾ ਨਾਮ ਸਿਮਰਨ ਕਰਦੇ ਹੋਏ ਉਸ ਪਰਮ ਪਿਤਾ ਪਰਮਾਤਮਾ ਨਾਲ ਮਿਲਨ ਕਰ ਲੈਂਦੇ ਆ। ਤੋ ਸਾਧ ਸੰਗਤ ਜੀ, ਐਸੀ ਅਵਸਥਾ ਹੈ ਕਿ ਜੋ ਵੀ ਗਿਆਨ ਹੈ ਉਹ ਪਰਮ ਪਿਤਾ ਪਰਮਾਤਮਾ ਦਾ ਹੈ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੱਸਦੇ ਹੈ, ਗੁਰੂ ਸਾਹਿਬ ਕਹਿੰਦੇ ਆ ਕਿ ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ। ਗੁਰੂ ਸਾਹਿਬ ਕਹਿੰਦੇ ਸਭ ਗੁਣ ਤੇਰੇ, ਸਾਰੇ ਗੁਣ ਹੈ ਪਰਮ ਪਿਤਾ ਪਰਮਾਤਮਾ ਤੇਰੇ ਹੈ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰਦੇ ਆ ਸਾਨੂੰ, ਸਭ ਗੁਣ ਤੇਰੇ ਹੈ, ਮੈਂ ਨਾ ਹੀ ਕੋਏ। ਮਨੁੱਖ ਦੇ ਵਿੱਚ ਕੋਈ ਗੁਣ ਨਹੀਂ ਹੈ, ਮਨੁੱਖ ਦੇ ਵਿੱਚ ਕੋਈ ਗਿਆਨ ਨਹੀਂ ਹੈ। ਸਾਰਾ ਗਿਆਨ, ਸਾਰਾ ਗੁਣ ਜੋ ਹੈ ਉਹ ਤੇਰਾ ਹੈ ਸੱਚੇ ਪਾਤਸ਼ਾਹ। ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਇਹ ਗੁਣਾਂ ਨੂੰ ਧਾਰਨ ਕਰਨਾ ਪੈਂਦਾ, ਇਹ ਗਿਆਨ ਨੂੰ ਧਾਰਨ ਕਰਨਾ ਪੈਂਦਾ, ਫਿਰ ਹੀ ਪਰਮਾਤਮਾ ਦੀ ਭਗਤੀ ਹੁੰਦੀ ਹੈ। ਗੁਰੂ ਸਾਹਿਬ ਕਹਿੰਦੇ ਆ, ਅਤੇ ਫਿਰ ਇਹ ਗੁਣ ਹੈ ਕਿਹੜੇ? ਗੁਰੂ ਸਾਹਿਬ ਕਹਿੰਦੇ ਆ ਸਵਸਤ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ। ਇਸ ਤੁਕ ਦੇ ਵਿੱਚ 5 ਗੁਣਾਂ ਦਾ ਵਰਣਨ ਕੀਤਾ ਗਿਆ ਗੁਰੂ ਸਾਹਿਬ ਨੇ ਕਿ ਇਹ ਗੁਣ ਜੇ ਮੇਨ ਗੁਣ ਜਿਹੜੇ ਆ ਸਾਡੇ ਅੰਦਰ ਆ ਜਾਂਦੇ ਆ ਤੇ ਫਿਰ ਸਾਰੇ ਗੁਣ ਹੀ ਸਾਡੇ ਅੰਦਰ ਪਰਮਾਤਮਾ ਬਖਸ਼ ਦਿੰਦਾ ਹੈ। ਔਰ ਫਿਰ ਸਾਨੂੰ ਗਿਆਨ ਦੀ ਐਸੀ ਪ੍ਰਾਪਤੀ ਹੁੰਦੀ ਹੈ ਕਿ ਅਸੀਂ ਉਸ ਪਰਮ ਪਿਤਾ ਪਰਮਾਤਮਾ ਦੇ ਭੇਦ ਹੈ ਜਿਹੜੇ ਉਹ ਵੀ ਪਰਮਾਤਮਾ ਸਾਨੂੰ ਗਿਆਨ ਕਰਵਾ ਦਿੰਦਾ ਹੈ, ਜਾਣੂ ਕਰਵਾ ਦਿੰਦਾ ਹੈ। ਪਰਮਾਤਮਾ ਦੀ ਕਿਰਪਾ ਨਾਲ ਪਰਮਾਤਮਾ ਦੇ ਭੇਦਾਂ ਨੂੰ ਵੀ ਅਸੀਂ ਜਿੰਨੇ ਸਾਨੂੰ ਪਰਮਾਤਮਾ ਗਿਆਨ ਕਰਦਾ ਹੈ, ਕਰਵਾਉਂਦਾ ਹੈ, ਓਨੇ ਹੀ ਜਾਣ ਸਕਦੇ ਆ, ਓਨੇ ਅਸੀਂ ਜਾਣ ਲੈਂਦੇ। ਤੋ ਸਾਧ ਸੰਗਤ ਜੀ, ਗੁਰੂ ਸਾਹਿਬ ਕਹਿੰਦੇ ਆ ਸਵਸਤ। ਸਵਸਤ ਦਾ ਮਤਲਬ ਹੈ ਕਿ ਧਰਮ ਕਰਨਾ। ਧਰਮ ਦਾ ਮਤਲਬ ਇਹ ਹੈ ਕਿ ਆਪਣੇ ਆਪ ਨੂੰ ਪਰਮਾਤਮਾ ਨੂੰ ਸਮਰਪਿਤ ਕਰਕੇ ਪਰਮਾਤਮਾ ਦੇ ਹੁਕਮ ਦੇ ਵਿੱਚ ਰਹਿਣਾ, ਹੁਕਮ ਰਜਾਈ ਚੱਲਣਾ। ਨਾਨਕ ਲਿਖਿਆ ਨਾਲ, ਸਾਡੇ ਨਾਲ ਇਹ ਪਰਮਾਤਮਾ ਨੇ ਹੁਕਮ ਲਾਇਆ ਹੋਇਆ ਹੈ, ਅਸੀਂ ਉਸ ਦੀ ਰਜਾ ਦੇ ਵਿੱਚ ਚੱਲੀਏ, ਅਸੀਂ ਉਸ ਦੇ ਹੁਕਮ ਦੇ ਵਿੱਚ ਚੱਲੀਏ ਅਤੇ ਫਿਰ ਪਰਮਾਤਮਾ ਸਾਡੇ 'ਤੇ ਖੁਸ਼ ਹੁੰਦਾ ਹੈ। ਇਸੇ ਨੂੰ ਹੀ ਧਰਮ ਕਿਹਾ ਜਾਂਦਾ ਹੈ ਕਿ ਜੋ ਪਰਮਾਤਮਾ ਸ੍ਰਿਸ਼ਟੀ ਜਿਸ ਨਿਯਮ ਨਾਲ ਚਲਾਉਣਾ ਚਾਹੁੰਦਾ, ਜਿਸ ਨਿਯਮ ਨਾਲ ਉਸਨੇ ਇਹ ਚਲਾਈ ਹੈ, ਉਸੇ ਤਰ੍ਹਾਂ ਹੀ ਅਸੀਂ ਉਸ ਨੂੰ ਮੰਨਦੇ ਹੋਏ ਉਸ ਦੀ ਰਜਾ ਦੇ ਵਿੱਚ ਰਹੀਏ, ਅਤੇ ਇਹੀ ਧਰਮ ਹੈ। ਗੁਰੂ ਸਾਹਿਬ ਕਹਿੰਦੇ ਆ ਆਥ। ਆਥ ਕੀ ਹੈ ਕਿ ਆਥ ਮਾਇਆ ਦਾ ਨਾਮ ਹੈ। ਮਾਇਆ 2 ਪ੍ਰਕਾਰ ਦੀ ਹੁੰਦੀ ਹੈ, ਇੱਕ ਧਨ ਮਾਇਆ ਹੁੰਦੀ ਹੈ, ਇੱਕ ਮਾਇਆ ਸੰਸਾਰ ਦਾ ਖੇਲ ਜਿਹੜਾ ਹੈ, ਬਿਨਸਨ ਹਾਰਾ। ਸਾਰੀ ਸ੍ਰਿਸ਼ਟੀ ਜਿਹੜੀ ਹੈ ਬਿਨਸਨ ਵਾਲੀ ਹੈ, ਇਹ ਵੀ ਇਸ ਦਾ ਨਾਮ ਵੀ ਮਾਇਆ ਹੈ। ਇਹ ਮਾਇਆ ਦੀ, ਇਹ ਪਰਮਾਤਮਾ ਦੀ ਮਾਇਆ ਹੈ, ਪਰਮਾਤਮਾ ਦਾ ਖੇਲ ਹੈ। ਤੋ ਇਹ ਮਾਇਆ ਜਿਹੜੀ ਹੈ, ਜਦੋਂ ਅਸੀਂ ਇਸ ਦੇ ਵਿੱਚ ਫਸਦੇ ਹਾਂ ਉਦੋਂ ਅਸੀਂ 84 ਲੱਖ ਜੂਨੀਆਂ ਦੇ ਚੱਕਰ ਦੇ ਵਿੱਚ ਫਸ ਜਾਂਦੇ ਹਾਂ। ਪਰ ਜਦੋਂ ਅਸੀਂ ਇਸ ਮਾਇਆ ਨੂੰ ਤਿਆਗ ਕੇ, ਸੰਸਾਰ ਨੂੰ ਤਿਆਗ ਕੇ ਅਸੀਂ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਹਾਂ ਨਾ, ਤਾਂ ਨਾਮ ਸਿਮਰਨ ਦੀ ਪੂੰਜੀ ਜਿਹੜੀ ਹੈ ਜਿੰਨੀ ਵੀ ਸਾਡੇ ਕੋਲ ਜਮ੍ਹਾਂ ਹੁੰਦੀ ਆ, ਉਸ ਨੂੰ ਵੀ ਮਾਇਆ ਕਿਹਾ ਜਾਂਦਾ ਔਰ ਉਸ ਨੂੰ ਆਥ ਕਿਹਾ ਜਾਂਦਾ। ਗੁਰੂ ਸਾਹਿਬ ਕਹਿੰਦੇ ਆ ਭਾਈ ਇਹ ਆਥ ਪ੍ਰਾਪਤ ਕਰੋ, ਮਾਇਆ ਨਾਮ ਦੀ ਪੂੰਜੀ ਇਕੱਠੀ ਕਰਕੇ, ਨਾਮ ਸਿਮਰਨ ਕਰਕੇ ਇਸ ਨੂੰ ਪ੍ਰਾਪਤ ਕਰੋ। ਆਥ ਬਾਣੀ, ਬਾਣੀ ਭਾਵ ਪਰਮਾਤਮਾ ਦਾ ਨਾਮ, ਜਿਸ ਨੂੰ ਅਸੀਂ ਅਨਹਦ ਧੁਨ ਕਹਿੰਦੇ ਹਾਂ। ਇਹ ਸਾਰੇ ਸੰਸਾਰ ਦੇ ਵਿੱਚ ਗੂੰਜ ਰਹੀ ਹੈ, ਹਰ ਬੰਦੇ ਦੇ, ਸਾਰੇ ਸੰਸਾਰ ਦੇ ਵਿੱਚ ਪਵਨ ਰੂਪ ਹੋ ਕੇ ਗੂੰਜ ਰਹੀ ਹੈ। ਔਰ ਹਰ ਬੰਦੇ ਦੀ ਕਿਰਪਾ, ਪਰਮਾਤਮਾ ਦੀ ਕਿਰਪਾ ਨਾਲ ਇਹ ਹਰ ਬੰਦਾ ਜਿਹੜਾ ਇਸ ਨੂੰ ਪ੍ਰਾਪਤ ਕਰ ਸਕਦਾ ਹੈ। ਜਦੋਂ ਅਸੀਂ ਪਰਮਾਤਮਾ ਨੂੰ ਸਮਰਪਿਤ ਹੋ ਕੇ ਪਰਮਾਤਮਾ ਦਾ ਨਾਮ ਸਿਮਰਨ ਕਰਦੇ ਹਾਂ, ਉਦੋਂ ਇਹੀ ਬਾਣੀ ਜਿਹੜੀ ਹੈ ਸਾਡੇ ਅੰਦਰ ਪ੍ਰਵਿਸ਼ਟ ਕਰ ਜਾਂਦੀ ਹੈ। ਅਤੇ ਗੁਰੂ ਸਾਹਿਬ ਕਹਿੰਦੇ ਆ ਇਸ ਬਾਣੀ ਨੂੰ ਧਾਰਨ ਕਰੋ। ਤੀਜਾ ਗੁਣ ਹੈ ਸਵਸਤ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ। ਹੁਣ ਚੌਥਾ ਗੁਣ ਹੈ ਬਰਮਾਓ ਦਾ। ਬਰਮਾਓ ਦਾ ਮਤਲਬ ਇਹ ਹੈ ਕਿ ਗੁਰੂ ਦੇ ਹੁਕਮ ਦੇ ਵਿੱਚ ਰਹਿਣਾ, ਗੁਰੂ ਦੀ ਰਜਾ ਦੇ ਵਿੱਚ ਰਹਿਣਾ। ਕਿਵੇਂ? ਜੈਸੇ ਬ੍ਰਹਮਾ ਵਿਸ਼ਨ ਮਹੇਸ਼ 3 ਇਹ ਹਸਤੀਆਂ ਜਿਹੜੀਆਂ ਹੈ, ਤਿੰਨਾਂ ਦੇ ਗੁਣ ਅਲੱਗ-ਅਲੱਗ ਹੈ, ਤਿੰਨਾਂ ਦੇ ਕਰਮ ਅਲੱਗ-ਅਲੱਗ ਹੈ, ਪਰ ਤਿੰਨੇ ਹੀ ਇਹ ਸੰਸਾਰ ਨੂੰ ਚਲਾਉਣ ਦੇ ਵਿੱਚ ਸਹਾਈ ਔਰ ਪਰਮਾਤਮਾ ਦੇ ਹੁਕਮ ਦੇ ਇਹ ਦਾਸ ਹੈ। ਪਰਮਾਤਮਾ ਦੇ ਹੁਕਮ ਨੂੰ ਹਮੇਸ਼ਾ ਮੰਨਦੇ ਹੈ, ਹਮੇਸ਼ਾ ਪਰਮਾਤਮਾ ਚਾਹੇ ਕੈਸੀ ਵੀ ਸਥਿਤੀ ਆਵੇ, ਇਹ ਪਰਮਾਤਮਾ ਦੀ ਰਜਾ ਦੇ ਵਿੱਚ ਰਹਿੰਦੇ ਔਰ ਆਪਣਾ ਕਰਮ ਜਿਹੜਾ ਹੈ ਸੰਸਾਰੀ ਭੰਡਾਰੀ ਔਰ ਜਿਹੜਾ ਹੈ
ਮਹੇਸ਼ ਜੀ ਨੂੰ ਜੋ ਸੰਸਾਰ ਵਿਨਾਸ਼ਨ ਦਾ ਸੰਘਾਰ ਕਰਨ ਦਾ ਜੋ ਕਰਮ ਦਿੱਤਾ ਹੋਇਆ ਹੈ, ਉਹ ਸੰਘਾਰੀ ਕਰਮ ਜਿਹੜੇ ਹੈ ਉਹ ਮਹੇਸ਼ ਜੀ ਕਰ ਰਹੇ ਹੈ। ਤੋ ਸਾਰੇ ਤਿੰਨੇ ਜਿਹੜੇ ਹੈ ਇਹ ਜਦੋਂ ਇੱਕ ਜੁੱਟ ਹੋ ਕੇ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਰਹਿੰਦੇ ਆ। ਗੁਰੂ ਸਾਹਿਬ ਕਹਿੰਦੇ ਕਿ ਸਾਡਾ ਪਰਿਵਾਰ ਵੀ ਜਦੋਂ ਅਸੀਂ ਇਸ ਸੰਸਾਰ ਦੇ ਵਿੱਚ ਰਹੀਏ ਤੇ ਇਸ ਤਰ੍ਹਾਂ ਦੇ ਨਾਲ ਰਹੀਏ ਤੇ ਉਸ ਨੂੰ ਕਹਿੰਦੇ ਆ ਬਰਮਾਓ ਦਾ ਗੁਣ। ਭਾਵ ਪਰਮਾਤਮਾ ਦੀ ਸ਼ਰਨ ਦੇ ਵਿੱਚ ਰਹਿ ਕੇ, ਪਰਿਵਾਰ ਦੇ ਵਿੱਚ ਇਕੱਠੇ ਰਹਿ ਕੇ, ਸੰਸਾਰ ਦੇ ਕਰਮ ਕਰਦੇ ਹੋਏ ਅਸੀਂ ਆਪਣੇ ਹਿਰਦੇ ਦੇ ਵਿੱਚ ਉਸ ਪਰਮ ਪਿਤਾ ਪਰਮਾਤਮਾ ਦੇ ਹੁਕਮ ਨੂੰ ਮੰਨਦੇ ਹੋਏ ਪਰਮਾਤਮਾ ਦੀ ਬਾਣੀ ਦਾ ਸਿਮਰਨ ਕਰਕੇ ਪਰਮਾਤਮਾ ਦੇ ਨਾਮ ਦੀ ਪੂੰਜੀ ਇਕੱਠੀ ਕਰਕੇ, ਇਹੀ ਸਾਡਾ ਧਰਮ ਹੈ। ਗੁਰੂ ਸਾਹਿਬ ਬਖਸ਼ਿਸ਼ ਕਰਦੇ। ਤੋ ਸਾਧ ਸੰਗਤ ਜੀ, ਅਗਲਾ ਗੁਣ ਹੈ ਕਿ ਜਦੋਂ ਇਹ ਗੁਣ ਸਾਡੇ ਵਿੱਚ ਆ ਜਾਂਦੇ ਆ ਨਾ, ਉਦੋਂ ਸਾਡੇ ਅੰਤਰ ਹਿਰਦੇ ਦੇ ਵਿੱਚ ਪਰਮਾਤਮਾ ਦੇ ਨਾਮ ਦਾ ਸੱਚ ਜਿਹੜਾ ਹੈ ਉਹ ਪ੍ਰਗਟ ਹੋਣਾ ਸ਼ੁਰੂ ਹੋ ਜਾਂਦਾ ਔਰ ਸਾਡਾ ਮਨ ਜਿਹੜਾ ਹੈ ਆਪਣੇ ਜੀਵਨ ਦੇ ਵਿੱਚ, ਆਪਣੇ ਕਰਮ ਦੇ ਵਿੱਚ ਹਮੇਸ਼ਾ ਸੱਚ ਨੂੰ ਪ੍ਰਗਟ ਕਰਦਾ ਹੈ ਔਰ ਕੂੜ ਜਿਹੜਾ ਹੈ ਸਾਡੇ ਜੀਵਨ ਦੇ ਵਿੱਚੋਂ ਨਿਕਲ ਜਾਂਦਾ ਹੈ, ਕੂੜ ਦਾ ਖਾਤਮਾ ਹੋ ਜਾਂਦਾ ਹੈ। ਇਸ ਤਰ੍ਹਾਂ ਦੇ ਨਾਲ ਜਦੋਂ ਇਹ ਸਾਡੀ ਅਵਸਥਾ ਸੱਤ ਦੀ ਬਣਦੀ ਹੈ, ਉਦੋਂ ਪਰਮ ਪਿਤਾ ਪਰਮਾਤਮਾ ਵੀ ਜਿਹੜਾ ਕਿ ਸਾਡੇ ਅੰਦਰ 10ਵੇਂ ਦੁਆਰ ਦੇ ਵਿੱਚ ਨਿਜ ਘਰ ਦੇ ਵਿੱਚ ਬਿਰਾਜਮਾਨ ਹੁੰਦਾ ਹੈ, ਉਹ ਸਾਡੇ ਅੰਤਰ ਹਿਰਦੇ ਦੇ ਵਿੱਚ ਆ ਕੇ ਵਸ ਜਾਂਦਾ ਹੈ। ਤੇ ਗੁਰੂ ਸਾਹਿਬ ਕਹਿੰਦੇ ਆ ਕਿ ਸੱਤ, ਉਹ ਸੱਤ ਪਰਮ ਪਿਤਾ ਪਰਮਾਤਮਾ ਜੋ ਸਦਾ ਸੱਤ ਰਹਿਣ ਵਾਲਾ ਹੈ, ਸੱਤ ਨਾਮ ਹੈ, ਅਕਾਲ ਮੂਰਤ ਹੈ, ਅਜੂਨੀ ਹੈ, ਨਿਰਭਉ ਹੈ, ਨਿਰਵੈਰ ਹੈ। ਗੁਰੂ ਸਾਹਿਬ ਕਹਿੰਦੇ ਭਾਈ ਉਹ ਜਿਹੜਾ ਪਰਮ ਪਿਤਾ ਪਰਮਾਤਮਾ ਜਿਹੜਾ ਹੈ ਸਾਡੇ ਹਿਰਦੇ ਦੇ ਵਿੱਚ ਹਾਜ਼ਰ ਹੋ ਜਾਂਦਾ ਔਰ ਸਾਨੂੰ ਪਰਮਾਤਮਾ ਦੇ ਨਾਮ ਦਾ ਆਨੰਦਿਤ ਜਿਹੜਾ ਸਰੂਪ ਹੈ ਉਹ ਪ੍ਰਗਟ ਹੋਣਾ ਸ਼ੁਰੂ ਹੋ ਜਾਂਦਾ। ਤਾਂ ਇਸ ਤਰ੍ਹਾਂ ਦੇ ਨਾਲ ਅਸੀਂ ਪਰਮ ਪਿਤਾ ਪਰਮਾਤਮਾ ਦੇ ਨਾਲ ਜੁੜ ਕੇ ਉਸ ਪਰਮ ਪਿਤਾ ਪਰਮਾਤਮਾ ਦਾ ਨਾਮ ਸਿਮਰਨ ਕਰਦੇ ਹੋਏ ਇਸ ਸੰਸਾਰ ਦੇ ਵਿੱਚ ਬੈਠੇ ਹੋਏ ਹੀ ਅਸੀਂ ਪਰਮ ਪਿਤਾ ਪਰਮਾਤਮਾ ਦੇ ਦਰਸ਼ਦਾਰੇ ਵੀ ਕਰਨੇ ਸ਼ੁਰੂ ਕਰ ਦਿੰਦੇ ਹਾਂ। ਔਰ ਜਦੋਂ ਸਾਡੀ ਪਰਮਾਤਮਾ ਨੇ ਸਾਂਸਾਂ ਦੀ ਪੂੰਜੀ ਜਿਹੜੀ ਦਿੱਤੀ ਹੋਈ ਹੈ, ਜਦੋਂ ਉਹ ਖਤਮ ਹੋ ਜਾਂਦੀ ਆ, ਅਸੀਂ ਉਸ ਪਰਮ ਪਿਤਾ ਪਰਮਾਤਮਾ ਦੇ ਸੱਚਖੰਡ ਦੇ ਦੁਆਰੇ ਦੇ ਉੱਤੇ ਪਹੁੰਚ ਕੇ ਪਰਮ ਪਿਤਾ ਪਰਮਾਤਮਾ ਦੀ ਸ਼ਰਨ ਦੇ ਵਿੱਚ ਬੈਠ ਕੇ ਪਰਮਾਤਮਾ ਦਾ ਨਾਮ ਸਿਮਰਨ ਕਰਦੇ ਹੋਏ ਪਰਮਾਤਮਾ ਦੇ ਦਰਸ਼ਦਾਰੇ ਹਰ ਸਮੇਂ ਕਰਦੇ ਰਹਿੰਦੇ। ਤਾਂ ਸਾਧ ਸੰਗਤ ਜੀ, ਇਹ ਅਵਸਥਾ ਹੈ ਸਾਡੀ ਰੂਹ ਦਾ ਜਿਹੜਾ ਆਵਾਗਮਨ ਜਿਹੜਾ ਹੈ 84 ਲੱਖ ਜੂਨੀਆਂ ਦਾ, ਜਦੋਂ ਇਹ ਪਰਮਾਤਮਾ ਦੇ ਵਿੱਚ ਅਪੇਜ ਹੋ ਜਾਂਦੀ ਹੈ, ਇਹ ਖਤਮ ਹੋ ਜਾਂਦਾ ਹੈ, ਸਾਨੂੰ ਕੋਲਿਆ ਮੋਕਸ਼ ਦੀ ਪ੍ਰਾਪਤੀ ਹੋ ਜਾਂਦੀ ਹੈ, ਸਾਡੀ ਰੂਹ ਨੂੰ ਆਵਾਗਮਨ ਦਾ ਚੱਕਰ ਨਹੀਂ ਲੱਗਦਾ। ਤੋ ਇਸ ਤਰ੍ਹਾਂ ਦੇ ਨਾਲ ਸਾਡਾ ਜਿਹੜਾ ਪਰਮ ਪਿਤਾ ਪਰਮਾਤਮਾ ਦੇ ਨਾਲ ਮਿਲਨ ਹੋ ਜਾਂਦਾ ਹੈ। ਜੋ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਣਾ। ਸਾਡੀ ਰੂਹ ਜਿਹੜੀ ਹੈ ਪਰਮਾਤਮਾ ਦਾ ਸਰੂਪ ਹੋ ਕੇ ਪਰਮਾਤਮਾ ਦੇ ਗੁਣਾਂ ਨੂੰ ਧਾਰਨ ਕਰਕੇ ਪਰਮਾਤਮਾ ਦੇ ਵਿੱਚ ਹੀ ਅਭੇਦ ਹੋ ਜਾਂਦੀ। ਤੋ ਸਾਧ ਸੰਗਤ ਜੀ, ਇਹ ਅਵਸਥਾ ਹੈ ਸੰਸਾਰ ਦੀ ਗਿਆਨ ਦੀ ਪ੍ਰਾਪਤੀ ਦੀ। ਯਾਨੀ ਇਹ ਗਿਆਨ ਜਿਹੜਾ ਹੈ ਸਾਨੂੰ ਸਭ ਤੋਂ ਪਹਿਲਾਂ ਪਰਮਾਤਮਾ ਕੋ, ਸਾਰੀ ਸ੍ਰਿਸ਼ਟੀ ਦਾ ਗੁਰੂ ਜਿਹੜਾ ਹੈ ਉਹ ਪਰਮਾਤਮਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸਾਨੂੰ ਨਹੀਂ ਕਿਹਾ, ਸਾਡੇ ਸੰਸਾਰ ਦੇ ਸਾਰੇ ਲੋਕਾਂ ਨੂੰ ਕਿਹਾ, ਆਪ ਨੂੰ ਨਹੀਂ ਕਿਹਾ ਕਿ ਆਦ ਅੰਤ ਏਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਹਮਾਰਾ ਦਾ ਮਤਲਬ ਗੁਰੂ ਗੋਬਿੰਦ ਸਿੰਘ ਜੀ ਇਹ ਨਹੀਂ ਕਹਿੰਦੇ ਕਿ ਮੇਰਾ ਨਹੀਂ, ਉਹ ਕਹਿੰਦੇ ਸਾਰੇ ਸੰਸਾਰ ਦਾ ਗੁਰੂ ਜਿਹੜਾ ਹੈ ਪਰਮ ਪਿਤਾ ਪਰਮਾਤਮਾ ਪਰਬ੍ਰਹਮ ਪਰਮੇਸ਼ਰ ਔਰ ਆਪ ਹੈ। ਔਰ ਸਾਰੇ ਜੀਵ, ਸਾਰੇ ਸੰਸਾਰ ਦੇ ਕੁੱਲ ਜੀਵ ਉਸ ਦੇ ਇਹ ਸੰਤਾਨ ਹੈ ਔਰ ਉਸ ਦੇ ਸੇਵਕ ਵੀ ਹੈ, ਉਸ ਦੇ ਪੁੱਤਰ ਵੀ ਹੈ, ਉਸ ਦੀ ਸਿਮਰਨਾ ਕਰਨ ਵਾਲੇ ਸੇਵਕ ਵੀ ਹੈ, ਸੇਵਾ ਕਰਨ ਵਾਲੇ ਸੇਵਕਣ ਵਾਲੇ। ਉਹ ਅਸੀਂ ਉਸ ਪਰਮ ਪਿਤਾ ਪਰਮਾਤਮਾ ਨੂੰ ਆਪਣਾ ਪਿਤਾ ਵੀ ਕਹਿੰਦੇ ਆ, ਆਪਣਾ ਗੁਰੂ ਵੀ ਕਹਿੰਦੇ ਆ। ਸਾਨੂੰ ਉਹ ਗੁਰੂ ਰੂਪ ਹੋ ਕੇ ਸਾਨੂੰ ਗਿਆਨ ਬਖਸ਼ਦਾ ਹੈ, ਸਾਨੂੰ ਗੁਣ ਬਖਸ਼ਦਾ ਹੈ ਔਰ ਸਾਨੂੰ ਪਰਮਾਤਮਾ ਦਾ ਨਾਮ ਆਪ ਹੀ ਬਾਂਹ ਫੜ ਕੇ ਆਪਣੇ ਤੋਂ ਸਿਮਰਨ ਕਰਾਉਂਦਾ, ਆਪ ਹੀ ਬਾਂਹ ਫੜ ਕੇ ਉਹ ਸਾਨੂੰ ਆਪਣੇ ਰਸਤੇ 'ਤੇ ਚਲਾਉਂਦਾ, ਆਪ ਹੀ ਬਾਂਹ ਫੜ ਕੇ ਉਹ ਸੱਚਖੰਡ ਦੇ ਵਿੱਚ ਪਹੁੰਚਾ ਦਿੰਦਾ। ਯਾਨੀ ਜਦੋਂ ਅਸੀਂ ਉਸ ਨੂੰ ਸਮਰਪਿਤ ਹੋ ਗਏ, ਜਦੋਂ ਅਸੀਂ ਉਸ ਦਾ ਹੁਕਮ ਮੰਨਣਾ ਸ਼ੁਰੂ ਕਰ ਦਿੱਤਾ, ਉਦੋਂ ਅਸੀਂ ਉਸ ਦੀ ਰਜ਼ਾ ਦੇ ਵਿੱਚ ਹੋਣਾ ਸ਼ੁਰੂ ਹੋ ਜਾਣਾ ਹੈ ਔਰ ਸਾਨੂੰ ਗਿਆਨ ਦੀ ਪ੍ਰਾਪਤੀ ਹੋਣੀ ਸ਼ੁਰੂ ਹੋ ਜਾਣੀ ਹੈ, ਸਾਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਣੀ ਹੈ ਔਰ ਅਸੀਂ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਕੇ ਬ੍ਰਹਮ ਗਿਆਨ ਦੀ ਸਦਕਾ ਬ੍ਰਹਮ ਦੇ ਵਿੱਚ ਪਰਬ੍ਰਹਮ ਪਰਮੇਸ਼ਰ ਦੇ ਵਿੱਚ ਹੀ ਅਭੇਦ ਹੋ ਜਾਣਾ ਸਾਡੀ ਰੂਹ ਨੇ। ਤੋਂ ਸਾਧ ਸੰਗਤ ਜੀ, ਇਹਨੀਆਂ ਵਿਚਾਰਾਂ ਕਰਦਾ ਹੋਇਆ ਦਾਸ ਸ਼ਮਾ ਦਾ ਜਾਚਕ ਹੈ। ਵਿਚਾਰ ਦੇ ਵਿੱਚ ਕੋਈ ਤਰੁੱਟੀ ਮਹਿਸੂਸ ਹੋਵੇ ਤਾਂ ਦਾਸ ਸ਼ਮਾ ਦਾ ਜਾਚਕ ਹੈ। ਵੈਸੇ ਜੋ ਗਿਆਨ ਸਾਨੂੰ ਪਰਮਾਤਮਾ ਆਪ ਬੁਲਾਉਂਦਾ ਹੈ ਮੁੱਖ ਤੋਂ, ਅਸੀਂ ਉਹੀ ਬੋਲਣ ਦੀ ਕੋਸ਼ਿਸ਼ ਕਰਦੇ ਹਾਂ। ਸਾਡਾ ਆਪਣਾ ਕੋਈ ਜ਼ੋਰ ਨਹੀਂ ਹੁੰਦਾ, ਸਾਡਾ ਆਪਣਾ ਕੋਈ ਸ਼ਬਦ ਨਹੀਂ ਹੁੰਦਾ। ਅਸੀਂ ਵੀ ਪਰਮਾਤਮਾ ਦੀ ਸਮਰਪਿਤ ਹੋ ਕੇ ਪਰਮਾਤਮਾ ਦੀ ਰਜ਼ਾ ਦੇ ਵਿੱਚ ਪਰਮਾਤਮਾ ਦੇ ਆਏ ਹੋਏ ਹੁਕਮ ਨੂੰ ਹੀ ਬੋਲਦੇ ਹਾਂ।
ਤੋ ਸਾਧ ਸੰਗਤ ਜੀ ਇੰਨੀਆਂ ਵਿਚਾਰਾਂ ਕਰਦਾ ਅਰਦਾਸ ਸ਼ਮਾ ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।